ਡੀਅਰ ਸਟੂਡੈਂਟਸ 10th ਕਲਾਸ ਦੇ ਸਾਇੰਸ ਦੇ ਪੇਪਰ ਦੀ ਤਿਆਰੀ ਕਰਨ ਲਈ ਆਓ ਸਭ ਤੋਂ ਪਹਿਲੇ ਅਸੀਂ ਕੁਝ ਮਾਡਲ ਟੈਸਟ ਪੇਪਰ ਸੋਲਵ ਕਰੀਏ। ਪਹਿਲਾ ਮਾਡਲ ਟੈਸਟ ਪੇਪਰ ਹੈਗਾ ਜਿਹਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਨਿਊ ਸਟਾਈਲ ਦੇ ਅਨੁਸਾਰ 30 ਕੁਐਸਚਨ ਹੈਗੇ MCQ ਦੇ। ਸਭ ਤੋਂ ਪਹਿਲੇ ਅਸੀਂ MCQ ਦੇ 30 ਕੁਐਸਚਨ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਪਹਿਲਾ ਕੁਐਸਚਨ ਹੈਗਾ Fe2O3 ਪਲੱਸ ਐਲੂਮੀਨੀਅਮ ਆਕਸਾਈਡ ਪਲੱਸ ਆਇਰਨ। ਉਹਨੇ ਪੁੱਛਿਆ ਆ ਕਿ ਇਹ ਜਿਹੜੀ ਰਿਐਕਸ਼ਨ ਹੈ ਇਹ ਕਿਸ ਦੀ ਐਗਜ਼ਾਮਪਲ ਹੈ, ਕੰਬੀਨੇਸ਼ਨ ਰਿਐਕਸ਼ਨ ਹੈ ਜਾਂ ਡਬਲ ਡਿਸਪਲੇਸਮੈਂਟ ਰਿਐਕਸ਼ਨ ਜਾਂ ਡੀਕੰਪੋਜੀਸ਼ਨ ਰਿਐਕਸ਼ਨ ਹੈ ਜਾਂ ਫਿਰ ਡਿਸਪਲੇਸਮੈਂਟ ਹੈ। ਤੇ ਬੱਚੇ ਉਹਦਾ ਆਨਸਰ ਆਏਗਾ ਡਿਸਪਲੇਸਮੈਂਟ ਰਿਐਕਸ਼ਨ, ਕਿਉਂਕਿ ਡਿਸਪਲੇਸਮੈਂਟ ਰਿਐਕਸ਼ਨ ਉਹ ਹੁੰਦੀ ਹੈ ਜਿਹਦੇ ਵਿੱਚ ਇੱਕ ਮੋਰ ਰਿਐਕਟਿਵ ਐਲੀਮੈਂਟ ਕਿਸੇ ਕੰਪਾਊਂਡ ਨਾਲੋਂ ਆਕਸਾਈਡ ਜਾਂ ਕਲੋਰਾਈਡ ਜੋ ਵੀ ਲੱਗਿਆ ਹੋਏ ਉਹਨੂੰ ਲਾ ਲੈਂਦਾ ਆ। ਇਹਦੇ ਵਿੱਚ ਦੇਖੋ ਨਾ, ਆਇਰਨ ਆਕਸਾਈਡ ਦੇ ਵਿੱਚੋਂ ਐਲੂਮੀਨੀਅਮ ਨੇ ਆਕਸਾਈਡ ਨੂੰ ਲਾ ਲਿਆ ਤੇ ਆਇਰਨ ਨੂੰ ਡਿਸਪਲੇਸ ਕਰ ਦਿੱਤਾ, ਇਸ ਕਰਕੇ ਇਹਦਾ ਨਾਮ ਹੈ ਡਿਸਪਲੇਸਮੈਂਟ ਰਿਐਕਸ਼ਨ। ਸੈਕੰਡ ਕੁਐਸਚਨ ਵਿੱਚ ਉਹਨੇ ਪੁੱਛਿਆ ਕਿ ਇਹਨਾਂ ਵਿੱਚੋਂ ਐਗਜ਼ੋਥਰਮਿਕ ਰਿਐਕਸ਼ਨ ਕਿਹੜੀ ਹੈ, ਤੇ ਬੱਚੇ ਇਹਦਾ ਆਨਸਰ ਆਏਗਾ ਸੀ, ਪ੍ਰੋਸੈਸ ਆਫ ਰੈਸਪੀਰੇਸ਼ਨ। ਉਹ ਰਿਐਕਸ਼ਨਸ ਜਿਹਦੇ ਵਿੱਚ ਹੀਟ ਪ੍ਰੋਡਿਊਸ ਹੋਵੇ ਉਹਨਾਂ ਨੂੰ ਬੋਲਦੇ ਆ ਐਗਜ਼ੋਥਰਮਿਕ ਰਿਐਕਸ਼ਨ। ਤੇ ਇਹਨਾਂ ਪ੍ਰੋਸੈਸਿਸ ਵਿੱਚੋਂ ਸਿਰਫ ਰੈਸਪੀਰੇਸ਼ਨ ਹੀ ਪ੍ਰੋਸੈਸ ਹੈਗੀ ਜਿਹੜੀ ਐਗਜ਼ੋਥਰਮਿਕ ਹੈ। ਨੈਕਸਟ ਕੁਐਸਚਨ ਹੈਗਾ ਦ ਟਰਮ ਯੂਜ਼ ਟੂ ਇੰਡੀਕੇਟ ਦ ਡਿਵੈਲਪਮੈਂਟ ਆਫ ਸਮੈਲ ਐਂਡ ਟੇਸਟ ਇਨ ਫੈਟ ਐਂਡ ਆਇਲ ਕੰਟੇਨਿੰਗ ਫੂਡ ਡਿਊ ਟੂ ਏਰੀਅਲ ਆਕਸੀਡੇਸ਼ਨ ਇਜ਼ ਕਾਲਡ। ਤੇ ਬੱਚਿਓ ਇਹਦਾ ਆਨਸਰ ਆਏਗਾ ਰੈਂਸਿਡਿਟੀ, ਕਿਉਂਕਿ ਰੈਂਸਿਡਿਟੀ ਇੱਕ ਉਹ ਪ੍ਰੋਸੈਸ ਹੈ ਜਿਹਦੇ ਵਿੱਚ ਫੈਟ ਤੇ ਸਾਲਟ ਵਾਲੇ ਜਿਹੜੇ ਫੂਡ ਹੈ ਨਾ ਉਹਨਾਂ ਨੂੰ ਜਦੋਂ ਹਵਾ ਦੇ ਵਿੱਚ ਆਕਸੀਡਾਈਜ਼ਡ ਹੁੰਦੇ ਤੇ ਉਹਨਾਂ ਦੀ ਸਮੈਲ ਤੇ ਟੇਸਟ ਚੇਂਜ ਹੋ ਜਾਂਦਾ। ਨੈਕਸਟ ਕੁਐਸਚਨ ਹੈਗਾ ਸੋਲਿਊਸ਼ਨ ਟਰਨਸ ਰੈਡ ਲਿਟਮਸ ਬਲੂ, ਇਟ ਇਜ਼ pH ਲਾਈਕਲੀ ਟੂ ਬੀ। ਤੇ ਬੱਚੇ ਤੁਹਾਨੂੰ ਪਤਾ ਕਿ ਉਹ ਸੋਲਿਊਸ਼ਨ ਜਿਹੜਾ ਰੈਡ ਲਿਟਮਸ ਨੂੰ ਬਲੂ ਕਰ ਦੇਵੇ ਉਹ ਹੁੰਦਾ ਬੇਸ, ਤੇ ਬੇਸ ਦੀ pH ਵੈਲਿਊ ਜਿਹੜੀ ਉਹ 7 ਤੋਂ ਅਬਵ ਹੁੰਦੀ ਹੈ। ਇਸ ਕਰਕੇ ਇਹਦੇ ਵਿੱਚ ਅਸੀਂ 10 ਦੇ ਉੱਪਰ ਟਿਕ ਕਰਾਂਗੇ, ਕਿਉਂਕਿ 7 ਤੋਂ ਅਬਵ 10 pH ਹੈ, ਇਸ ਕਰਕੇ ਇਹਦਾ ਆਨਸਰ ਹੈਗਾ 10। ਨੈਕਸਟ ਕੁਐਸਚਨ ਹੈ ਕਿ ਐਸਿਡ ਪ੍ਰੋਡਿਊਸਡ ਨੈਚੁਰਲੀ ਇਨ ਆਵਰ ਸਟਮਕ, ਸਾਡੇ ਸਟਮਕ ਦੇ ਵਿੱਚ ਕਿਹੜਾ ਐਸਿਡ ਹੁੰਦਾ, ਤੇ ਬੱਚਿਓ ਇਹਦਾ ਆਨਸਰ ਹੈਗਾ ਹਾਈਡਰੋਕਲੋਰਿਕ ਐਸਿਡ। ਕੁਐਸਚਨ ਨੰਬਰ 5 ਹੈਗਾ ਵਾਸਪ ਸਟਿੰਗ ਕੰਟੇਨਸ ਵਿਚ ਸੋਲਿਊਸ਼ਨ। ਇਹਦਾ ਆਨਸਰ ਆਏਗਾ ਐਸਿਡਿਕ ਸੋਲਿਊਸ਼ਨ, ਕਿਉਂਕਿ ਜਿਹੜਾ ਵਾਸਪ ਹੈ ਨਾ ਉਹਦੇ ਸਟਿੰਗ ਦੇ ਵਿੱਚ ਮਿਥੇਨੋਇਕ ਐਸਿਡ ਹੁੰਦਾ ਜਿਹੜਾ ਕਿ ਇੱਕ ਐਸਿਡਿਕ ਸੋਲਿਊਸ਼ਨ ਹੈ। 7th ਕੁਐਸਚਨ ਵਿੱਚ ਉਹਨੇ ਪੁੱਛਿਆ ਕਿ ਨੇਮ ਦਾ ਮੈਟਲ ਵਿਚ ਇਜ਼ ਲਿਕੁਇਡ ਐਟ ਰੂਮ ਟੈਂਪਰੇਚਰ, ਤੇ ਬੱਚਿਓ ਇਹਦਾ ਆਨਸਰ ਆਏਗਾ ਮਰਕਰੀ। ਕੁਐਸਚਨ ਨੰਬਰ 7 ਹੈਗਾ ਫੂਡ ਕੈਨਸ ਆਰ ਕੋਟਡ ਵਿਦ ਟਿਨ ਨਾਟ ਵਿਦ ਜ਼ਿੰਕ, ਤੇ ਬੱਚਿਓ ਇਹਦਾ ਆਨਸਰ ਅਸੀਂ ਦੇਵਾਂਗੇ ਜ਼ਿੰਕ ਇਜ਼ ਮੋਰ ਰਿਐਕਟਿਵ ਦੈਨ ਟਿਨ। ਇਸ ਕਰਕੇ ਜਿਹੜੇ ਉਹ ਕੈਨਸ ਜਿਨ੍ਹਾਂ ਵਿੱਚ ਫੂਡ ਸਟੋਰ ਕਰਨਾ ਹੁੰਦਾ ਅਸੀਂ ਲੈਸ ਰਿਐਕਟਿਵ ਮੈਟਲ ਦਾ ਬਣਾਵਾਂਗੇ ਜਿਹੜਾ ਕਿ ਟਿਨ ਹੈ। ਇਸ ਕਰਕੇ ਅਸੀਂ ਜ਼ਿੰਕ ਨੂੰ ਨਹੀਂ ਯੂਜ਼ ਕਰਦੇ, ਕਿਉਂਕਿ ਉਹ ਜ਼ਿਆਦਾ ਰਿਐਕਟਿਵ ਹੁੰਦਾ ਤੇ ਫਿਰ ਉਹ ਜਿਹੜੇ ਫੂਡ ਨੂੰ ਅਸੀਂ ਇਹ 'ਚ ਸਟੋਰ ਕਰਾਂਗੇ ਉਹਦੇ ਨਾਲ ਰਿਐਕਸ਼ਨ ਕਰ ਲਵੇਗਾ। ਕੁਐਸਚਨ ਨੰਬਰ 9 ਦੇ ਵਿੱਚ ਉਹਨੇ ਪੁੱਛਿਆ ਹੈ ਕਿ ਪ੍ਰੋਪੇਨੋਇਕ ਐਸਿਡ ਹੈ ਇਹਦੇ ਨਾਲ ਕਿਹੜਾ ਫੰਕਸ਼ਨਲ ਗਰੁੱਪ ਲੱਗਿਆ, ਤੇ ਇਹਦਾ ਆਨਸਰ ਆਏਗਾ ਕਾਰਬੋਕਸਿਲਿਕ ਐਸਿਡ। ਕੁਐਸਚਨ ਨੰਬਰ 10 ਵਿੱਚ ਪੁੱਛਦੇ ਕਿ ਵਾਈਲ ਕੁਕਿੰਗ ਇਫ ਦ ਬਾਟਮ ਆਫ ਦ ਵੈਸਲ ਇਜ਼ ਗੈਟਿੰਗ ਬਲੈਕਨਡ ਔਨ ਦ ਆਊਟਸਾਈਡ ਇਟ ਮੀਨਸ ਦੈਟ, ਕਿ ਜਦੋਂ ਖਾਣਾ ਬਣਾਉਂਦੇ ਸਮੇਂ ਭਾਂਡੇ ਕਾਲੇ ਹੋਣ ਲੱਗ ਜਾਣ ਤੇ ਉਹਦਾ ਕੀ ਮਤਲਬ ਹੁੰਦਾ। ਬੱਚੇ ਉਹਦਾ ਮਤਲਬ ਹੁੰਦਾ ਕਿ ਜਿਹੜਾ ਫਿਊਲ ਹੈ ਨਾ ਉਹ ਕੰਪਲੀਟਲੀ ਬਰਨ ਨਹੀਂ ਹੋ ਰਿਹਾ। 11th ਕੁਐਸਚਨ ਦੇ ਵਿੱਚ ਪੁੱਛਿਆ ਗਿਆ ਹੈ ਕਿ ਵਿਚ ਆਫ ਦ ਫਾਲੋਇੰਗ ਸਟੇਟਮੈਂਟ ਇਜ਼ ਨਾਟ ਅ ਕਰੈਕਟ ਸਟੇਟਮੈਂਟ। ਅਸੀਂ ਉਹ ਸਟੇਟਮੈਂਟ ਦੇਖਣੀ ਹੈ ਜਿਹੜੀ ਕਿ ਕਰੈਕਟ ਨਹੀਂ ਹੈ ਜਦੋਂ ਅਸੀਂ ਪੀਰੀਓਡਿਕ ਟੇਬਲ ਵਿੱਚ ਲੈਫਟ ਟੂ ਰਾਈਟ ਜਾਂਦੇ ਹਾਂ। ਤੇ ਬੱਚੇ ਇਹਦਾ ਆਨਸਰ ਆਏਗਾ ਸੀ ਆਪਸ਼ਨ, ਕਿਉਂਕਿ ਆਟਮਸ ਲੌਸ ਦੇਅਰ ਇਲੈਕਟ੍ਰੋਨ ਮੋਰ ਈਜ਼ੀਲੀ ਸਹੀ ਨਹੀਂ ਹੈ। ਜਦੋਂ ਅਸੀਂ ਲੈਫਟ ਟੂ ਰਾਈਟ ਪੀਰੀਅਡ ਵਿੱਚ ਜਾਂਦੇ ਹਾਂ ਤੇ ਜਿਹੜੇ ਇਲੈਕਟ੍ਰੋਨਸ ਲੂਜ਼ ਕਰਨੇ ਬਹੁਤ ਡਿਫੀਕਲਟ ਹੁੰਦੇ ਆ, ਬਟ ਇਹਨੇ ਕਿਹਾ ਕਿ ਆਟਮਸ ਲੌਸ ਈਜ਼ੀਲੀ, ਇਸ ਕਰਕੇ ਦਿਸ ਸਟੇਟਮੈਂਟ ਇਜ਼ ਨਾਟ ਅ ਕਰੈਕਟ ਸਟੇਟਮੈਂਟ। ਨੈਕਸਟ ਕੁਐਸਚਨ ਜਿਹੜਾ ਹੈ ਉਹਦੇ ਵਿੱਚ ਲਿਖਿਆ ਆ ਕਿ ਵਿਚ ਆਫ ਦ ਫਾਲੋਇੰਗ ਇਜ਼ ਨਾਟ ਅ ਐਲੋਟ੍ਰੋਪ ਆਫ ਕਾਰਬਨ। ਬੱਚੇ ਐਲੋਟ੍ਰੋਪ ਆਫ ਕਾਰਬਨ ਹੁੰਦਾ ਕਿ ਜਿਹੜਾ ਕਾਰਬਨ ਦਾ ਹੀ ਇੱਕ ਰੂਪ ਹੁੰਦਾ ਆ। ਇਹਦੇ ਵਿੱਚ ਦੇਖੋ ਡਾਇਮੰਡ, ਗ੍ਰੇਫਾਈਟ ਤੇ ਬਕਮਿੰਸਟਰ ਫਲੋਰੈਂਸ ਤਾਂ ਹੈਗਾ ਆ, ਬਟ ਜਿਹੜੀ ਸੀ ਸਟੇਟਮੈਂਟ ਆ ਨਾ ਉਹ ਨਹੀਂ ਹੈਗਾ। ਕੁਐਸਚਨ ਨੰਬਰ 13 ਹੈਗਾ ਜ਼ਾਈਲਮ ਇਨ ਪਲਾਂਟਸ ਆਰ ਰਿਸਪੋਂਸੀਬਲ ਫਾਰ, ਤੇ ਇਹਦਾ ਆਨਸਰ ਆਏਗਾ ਫਸਟ ਆਪਸ਼ਨ ਟਰਾਂਸਪੋਰਟ ਆਫ ਵਾਟਰ, ਕਿਉਂਕਿ ਜ਼ਾਈਲਮ ਜਿਹੜਾ ਉਹ ਪਲਾਂਟ ਦੇ ਵਿੱਚ ਵਾਟਰ ਦੀ ਟਰਾਂਸਪੋਰਟੇਸ਼ਨ ਦਾ ਹੀ ਕੰਮ ਕਰਦਾ ਆ।
ਨੈਕਸਟ ਕੁਐਸਚਨ ਹੈਗਾ ਦ ਬ੍ਰੇਕਡਾਊਨ ਆਫ ਪਾਇਰੂਵੇਟ ਟੂ ਗਿਵ ਕਾਰਬਨ ਡਾਈਆਕਸਾਈਡ ਵਾਟਰ ਐਂਡ ਐਨਰਜੀ ਟੇਕਸ ਪਲੇਸ ਇਨ ਮਾਈਟੋਕੌਂਡਰੀਆ। ਮਾਈਟੋਕੌਂਡਰੀਆ ਇੱਕ ਸੈੱਲ ਦਾ ਇੱਕ ਪਾਰਟ ਹੈ ਜਿਹਦੇ ਵਿੱਚ ਇਹ ਵਾਲੀ ਪ੍ਰੋਸੈਸ ਹੁੰਦੀ ਬ੍ਰੇਕਡਾਊਨ ਆਫ ਪਾਇਰੂਵੇਟ ਟੂ ਕਾਰਬਨ ਡਾਈਆਕਸਾਈਡ। 15th ਕੁਐਸਚਨ ਵਿੱਚ ਉਹਨੇ ਪੁੱਛਿਆ ਕਿ ਦਾ ਐਂਥਰ ਕੰਟੇਨਸ, ਐਂਥਰ ਦੇ ਵਿੱਚ ਕੀ ਹੁੰਦਾ। ਦੇਖੋ ਸੈਪਲਸ ਵੀ ਨਹੀਂ, ਓਵਿਊਲਸ ਵੀ ਨਹੀਂ, ਕਾਰਪਲਸ ਵੀ, ਇਹ ਤਾਂ ਵੱਖਰੇ ਪਾਰਟਸ ਹੈਗੇ ਆ। ਪੋਲਨ ਗ੍ਰੇਨਸ ਹੁੰਦੇ ਜਿਹੜੇ ਮੇਲ ਗੈਮੀਟਸ ਹੁੰਦੇ ਇਹ ਐਂਥਰ ਦੇ ਵਿੱਚ ਹੁੰਦੇ, ਇਸ ਕਰਕੇ ਇਹਦੀ ਕਰੈਕਟ ਆਪਸ਼ਨ ਆਏਗੀ ਪੋਲਨ ਗ੍ਰੇਨਸ। ਨੈਕਸਟ ਕੁਐਸਚਨ ਹੈਗਾ ਕਿ ਇਹ ਸੈਕਚੁਅਲ ਰਿਪਰੋਡਕਸ਼ਨ ਟੇਕਸ ਪਲੇਸ ਥਰੂ ਬਡਿੰਗ ਇਨ, ਤੇ ਇਹਦਾ ਆਪਸ਼ਨ ਆਏਗੀ ਯੀਸਟ, ਕਿਉਂਕਿ ਯੀਸਟ ਦੇ ਵਿੱਚ ਇਹ ਸੈਕਚੁਅਲ ਰਿਪਰੋਡਕਸ਼ਨ ਜਿਹੜੀ ਉਹ ਬਡਿੰਗ ਦੇ ਥਰੂ ਹੁੰਦੀ ਆ। 17th ਕੁਐਸਚਨ ਵਿੱਚ ਉਹਨੇ ਪੁੱਛਿਆ ਕਿ ਐਗਜ਼ਾਮਪਲ ਆਫ ਹੋਮੋਲੋਗਸ ਆਰਗਨਸ, ਤੇ ਬੱਚੇ ਤੁਹਾਨੂੰ ਪਤਾ ਹੋਮੋਲੋਗਸ ਆਰਗਨਸ ਉਹ ਹੁੰਦੇ ਜਿਨ੍ਹਾਂ ਦਾ ਓਰੀਜਨ ਤਾਂ ਸੇਮ ਹੁੰਦਾ ਬਟ ਫੰਕਸ਼ਨ ਅਲੱਗ-ਅਲੱਗ ਹੁੰਦੇ ਨੇ ਡਿਫਰੈਂਟ ਸਪੀਸੀਜ਼ ਦੇ ਵਿੱਚ। ਤੇ ਜੇਕਰ ਅਸੀਂ ਇਹਨਾਂ ਆਪਸ਼ਨਸ ਨੂੰ ਧਿਆਨ ਨਾਲ ਦੇਖੀਏ ਤੇ ਦੇਖੋ ਆਵਰ ਆਰਮ ਐਂਡ ਡੌਗਸ 4 ਲੈਗ ਇਹ ਵੀ ਹੋਮੋਲੋਗਸ ਆਰਗਨ ਹੈ। ਆਵਰ ਟੀਥ ਐਂਡ ਐਲੀਫੈਂਟਸ ਟਸਕ ਇਹ ਵੀ ਹੋਮੋਲੋਗਸ ਹੈ। ਪਰ ਅਸੀਂ ਪਲਾਂਟਸ ਵਿੱਚ ਗੱਲ ਕਰੀਏ ਤਾਂ ਪੋਟੈਟੋਸ ਐਂਡ ਰਨਰਸ ਆਫ ਗਰਾਸ ਇਹਨਾਂ ਦਾ ਓਰੀਜਨ ਵੀ ਸੇਮ ਹੈ ਬਟ ਫੰਕਸ਼ਨ ਅਲੱਗ-ਅਲੱਗ ਹੈ। ਇਸ ਕਰਕੇ ਬੱਚੇ ਅਸੀਂ ਡੀ ਆਪਸ਼ਨ ਟਿਕ ਕਰਾਂਗੇ ਆਲ ਆਫ ਦਾ ਅਬਵ। ਨੈਕਸਟ ਕੁਐਸਚਨ ਹੈਗਾ ਕਿ ਇਨ ਰੈਵੋਲੂਸ਼ਨਰੀ ਟਰਮ ਵੀ ਹੈਵ ਮੋਰ ਇਨ ਕਾਮਨ ਵਿਦ, ਤੇ ਇਹਦੇ ਵਿੱਚ ਜ਼ਿਆਦਾ ਜਿਹਦੇ ਨਾਲ ਅਸੀਂ ਕਾਮਨ ਰਲ ਰਹੇ ਹਾਂ ਦੈਟ ਇਜ਼ ਅ ਚਾਈਨੀਜ਼ ਸਕੂਲ ਬੋਏ। ਨੈਕਸਟ ਕੁਐਸਚਨ ਹੈਗਾ ਕਿ ਅਸੀਂ ਕਿਸੇ ਕਨਵੈਕਸ ਲੈਂਜ ਦੇ ਸਾਹਮਣੇ ਇੱਕ ਆਬਜੈਕਟ ਨੂੰ ਕਿੱਥੇ ਰੱਖੀਏ ਕਿ ਇਮੇਜ ਰੀਅਲ ਐਂਡ ਸੇਮ ਸਾਈਜ਼ ਆਫ ਦਾ ਆਬਜੈਕਟ ਬਣੇ। ਤੇ ਬੱਚੇ ਅਸੀਂ ਰੱਖਾਂਗੇ ਫੋਕਲ ਲੈਂਥ ਤੋਂ ਟਵਾਈਸ, ਐਟ ਟਵਾਈਸ ਦਾ ਫੋਕਲ ਲੈਂਥ, ਜਿੰਨੀ ਫੋਕਲ ਲੈਂਥ ਆ ਉਹਦੇ 2 ਗੁਣਾ ਪਿੱਛੇ ਰੱਖਾਂਗੇ ਤਾਂ ਕਰਕੇ ਜਿਹੜਾ ਸਾਡਾ ਆਬਜੈਕਟ ਆ ਉਹ ਰੀਅਲ ਤੇ ਸੇਮ ਸਾਈਜ਼ ਦਾ ਬਣੇਗਾ। ਨੈਕਸਟ ਕੁਐਸਚਨ ਵਿੱਚ no matter how far you stand from a mirror your image appears erect, ਕਹਿੰਦਾ ਕਿ ਕਿਸੇ ਵੀ ਮਿਰਰ ਦੇ ਸਾਹਮਣੇ ਤੁਸੀਂ ਜਿੱਥੇ ਮਰਜ਼ੀ ਖੜੇ ਹੋਵੋ ਤੁਹਾਡਾ ਇਮੇਜ ਜਿਹੜਾ ਇਰੈਕਟ ਬਣੇ। ਤੇ ਬੱਚਿਓ 2 ਜਿਹੜੇ ਮਿਰਰ ਹੈਗੇ ਜਾਂ ਤੇ ਪਲੇਨ ਹੋਵੇ ਜਾਂ ਫਿਰ ਕਨਵੈਕਸ ਹੋਵੇ ਜਿਹਦੇ ਵਿੱਚ ਸਾਡਾ ਇਮੇਜ ਜਿਹੜਾ ਉਹ ਇਰੈਕਟ ਬਣਦਾ ਆ, ਇਸ ਕਰਕੇ ਅਸੀਂ ਡੀ ਆਪਸ਼ਨ ਦੇ ਉੱਪਰ ਟਿਕ ਕਰਾਂਗੇ। 21th ਕੁਐਸਚਨ ਦੇ ਵਿੱਚ ਪੁੱਛਿਆ ਆ ਕਿ ਵਿਚ ਆਫ ਦਾ ਫਾਲੋਇੰਗ ਕੈਨ ਨਾਟ ਬੀ ਯੂਜ਼ ਟੂ ਮੇਕ ਅ ਲੈਂਜ। ਤੇ ਬੱਚੇ ਜਿਵੇਂ ਕਿ ਤੁਹਾਨੂੰ ਪਤਾ ਆ ਕਿ ਲੈਂਜ ਜਿਹੜਾ ਉਹ ਟਰਾਂਸਪੇਰੈਂਟ ਹੁੰਦਾ ਆ ਤੇ ਅਸੀਂ ਉਹ ਮਟੀਰੀਅਲ ਯੂਜ਼ ਕਰਾਂਗੇ ਜਿਹੜੇ ਟਰਾਂਸਪੇਰੈਂਟ ਹੋਣ, ਜਿਵੇਂ ਵਾਟਰ, ਗਲਾਸ ਤੇ ਪਲਾਸਟਿਕ ਵੀ ਕੁਛ ਹੈਗੀਆਂ ਜਿਨ੍ਹਾਂ ਨੂੰ ਟਰਾਂਸਪੇਰੈਂਟ ਬਣਾਇਆ ਜਾ ਸਕਦਾ ਆ। ਬਟ ਬੱਚੇ ਕਲੇ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਕਿ ਟਰਾਂਸਪੇਰੈਂਟ ਨਹੀਂ ਹੈ, ਇਸ ਕਰਕੇ ਇਹਦੇ ਅਸੀਂ ਲੈਂਜ ਨਹੀਂ ਬਣਾ ਸਕਦੇ। ਬੱਚੇ ਅਗਲੇ ਕੁਐਸਚਨ ਵਿੱਚ ਉਹਨੇ ਪੁੱਛਿਆ ਕਿ ਹਿਊਮਨ ਆਈ ਦਾ ਉਹ ਕਿਹੜਾ ਪਾਰਟ ਹੈ ਜਿਹਦੇ ਉੱਪਰ ਇਮੇਜ ਬਣਦਾ, ਤੇ ਦੈਟ ਇਜ਼ ਰੈਟੀਨਾ। ਜੇਕਰ ਤੁਸੀਂ ਧਿਆਨ ਦੇ ਨਾਲ ਆਈ ਦੀ ਡਾਇਗਰਾਮ ਨੂੰ ਸਮਝਿਆ ਹੋਵੇ ਤੇ ਤੁਹਾਨੂੰ ਪਤਾ ਹੋਣਾ ਕਿ ਦਾ ਚੇਂਜ ਇਨ ਫੋਕਲ ਲੈਂਥ ਆਫ ਐਨ ਆਈ ਲੈਂਸ ਇਜ਼ ਕਾਜ਼ਡ ਬਾਈ ਦਾ ਐਕਸ਼ਨ ਆਫ ਦਾ ਸਿਲਰੀ ਮਸਲਸ, ਕਿਉਂਕਿ ਸਿਲਰੀ ਮਸਲਸ ਲੈਂਜ ਨੂੰ ਫੜ ਕੇ ਰੱਖਦੇ ਆ ਤੇ ਉਹੀ ਕੰਟਰੋਲ ਕਰਦੇ ਆ ਕਿ ਉਹਦੀ ਫੋਕਲ ਲੈਂਥ ਨੂੰ ਘੱਟ ਜਾਂ ਵੱਧ ਕਿਵੇਂ ਕਰਨਾ ਆ। ਨੈਕਸਟ ਕੁਐਸਚਨ ਦੇ ਵਿੱਚ ਉਹਨੇ ਇੱਕ ਨੂਮੈਰੀਕਲ ਦਿੱਤਾ ਹੈ ਕਿ ਐਨ ਇਲੈਕਟ੍ਰਿਕ ਬਲਬ ਇਜ਼ ਰੇਟਡ 220 ਵੋਲਟ ਐਂਡ 100 ਵਾਟ, ਤੇ ਜਦੋਂ ਇਹਨੂੰ ਆਪਰੇਟ ਕੀਤਾ ਜਾਂਦਾ 100 ਵੋਲਟ ਤੇ ਤੁਸੀਂ ਦੱਸਣਾ ਵਾ ਕਿ ਕਿੰਨੀ ਪਾਵਰ ਕੰਜ਼ਿਊਮ ਕਰੇਗਾ, ਤੇ ਇਹਦਾ ਆਨਸਰ ਹੈਗਾ 25 ਵਾਟ। ਇਹ ਆਇਆ ਕਿਵੇਂ, ਦੇਖੋ ਸਭ ਤੋਂ ਪਹਿਲੇ ਨਾ ਤੁਸੀਂ ਫਾਰਮੂਲਾ ਲੈ ਲੈਣਾ P = V²/R। ਇੱਥੋਂ ਤੁਸੀਂ R ਕੱਢ ਲੈਣੀ ਹੈ, 220 ਦਾ ਸਕੁਅਰ ਓਵਰ 100, ਇਹ ਆ ਗਈ ਸਾਡੀ R 484। ਅਸੀਂ ਇਹਦਾ ਸੈਕੰਡ ਪਾਰਟ ਕੱਢ ਲਾਂਗੇ ਜਿਹਦੇ ਵਿੱਚ V ਦਿੱਤਾ ਉਹਨੇ 110 ਵੋਲਟ, ਇਹਦੀ ਅਸੀਂ ਪਾਵਰ ਉਸ ਸੇਮ ਫਾਰਮੂਲਾ ਲਾ ਕੇ V²/R ਲਾ ਕੇ ਹੁਣ ਅਸੀਂ V ਜਿਹੜਾ 110 ਲਿਖਣਾ ਵਾ ਤੇ R ਸਾਡੀ ਆਈ 484, ਤੇ ਇਹਨੂੰ ਜਦੋਂ ਅਸੀਂ ਕੈਲਕੂਲੇਟ ਕਰਾਂਗੇ ਤਾਂ ਸਾਡੇ ਕੋਲ ਆਨਸਰ ਆ ਜਾਏਗਾ 25 ਵਾਟ। ਨੈਕਸਟ ਕੁਐਸਚਨ ਵੀ ਨੂਮੈਰੀਕਲ ਹੀ ਹੈ ਇੱਕ, ਇਹਦੇ ਵਿੱਚ ਪੀਸ ਆਫ ਵਾਇਰ ਜਿਹਦੀ ਰਜਿਸਟੈਂਸ ਨੂੰ ਨਾ 5 ਇਕੁਅਲ ਪਾਰਟਸ ਵਿੱਚ ਕੱਟਿਆ ਆ ਤੇ ਹਰੇਕ ਪਾਰਟ ਜਿਹੜਾ ਉਹਨੂੰ ਪੈਰਲਲ ਕਨੈਕਟ ਕੀਤਾ ਆ, ਤੇ ਇਹਦੇ ਵਿੱਚ ਉਹਨੇ ਪੁੱਛਿਆ ਆ ਕਿ ਜਿਹੜਾ ਉਹਦਾ ਇਕੁਅਲੈਂਟ ਰਜਿਸਟੈਂਸ ਆਉਣਾ ਨਾ ਉਹਦੀ ਤੇ ਜਿਹੜੀ ਪਹਿਲਾ ਰਜਿਸਟੈਂਸ ਸੀ ਉਹਦੀ ਰੇਸ਼ੋ ਪਤਾ ਕਰੋ।
ਇਹ ਨੂਮੈਰੀਕਲ ਤੁਸੀਂ ਇਸ ਤਰ੍ਹਾਂ ਕਰਨਾ ਆ ਕਿ ਨਾ ਇਹਦੇ ਵਿੱਚ ਅਸੀਂ ਆਰ ਲੈਣਾ ਵਾ 1/5 ਪਾਰਟ, ਇਸ ਕਰਕੇ ਸਾਡੀ ਆਰ ਆਉਣੀ r/5, ਠੀਕ ਹੈ। ਇਹਨੂੰ ਹੁਣ ਇਹ ਹੈਗੇ ਇਹਦੇ 5 ਨੇ ਨਾ, ਤੇ ਅਸੀਂ ਫਿਰ ਇਹਨੂੰ 5 ਵਾਰ 1/r/5 ਪਲੱਸ 1/r/5 ਪਲੱਸ 1/r/5 ਇਹਨੂੰ ਅਸੀਂ ਪਹਿਲੇ 5 ਟਾਈਮ ਲਿਖ ਲੈਣਾ ਵਾ। ਤੇ ਹੁਣ ਕਿਉਂਕਿ 5 ਜਿਹੜਾ ਉੱਪਰ ਚਲੇ ਜਾਣਾ, ਫਿਰ ਸਾਡੇ ਕੋਲ ਬਣ ਜਾਣਾ 5/r ਪਲੱਸ 5/r ਪਲੱਸ 5/r ਪਲੱਸ 5/r। ਇਹਨੂੰ ਜਦੋਂ ਅਸੀਂ 5 ਟਾਈਮ ਪਲੱਸ ਕਰਾਂਗੇ ਤੇ ਸਾਡੇ ਕੋਲ ਇਹਦਾ ਸਮ ਆ ਜਾਏਗਾ 25/r। ਤੇ ਜਦੋਂ ਅਸੀਂ ਇਹਦੀ ਰੇਸ਼ੋ ਕੱਢਾਂਗੇ ਤੇ ਸਾਡੇ ਕੋਲ ਆਨਸਰ ਆ ਜਾਏਗਾ 25। ਨੈਕਸਟ ਕੁਐਸਚਨ ਵਿੱਚ ਉਹਨੇ ਪੁੱਛਿਆ ਕਿ ਦਾ ਡਿਵਾਈਸ ਯੂਜ਼ਡ ਫਾਰ ਪ੍ਰੋਡਿਊਸਿੰਗ ਇਲੈਕਟ੍ਰਿਕ ਕਰੰਟ ਇਜ਼ ਕਾਲਡ। ਤੇ ਬੱਚੇ ਇਹਦਾ ਆਨਸਰ ਆਣਾ ਜਨਰੇਟਰ, ਕਿਉਂਕਿ ਜਨਰੇਟਰ ਉਹ ਇੰਸਟਰੂਮੈਂਟ ਹੈ, ਉਹ ਡਿਵਾਈਸ ਹੈ ਜਿਹੜਾ ਕਿ ਇਲੈਕਟ੍ਰਿਸਿਟੀ ਨੂੰ ਜਨਰੇਟ ਕਰਦਾ ਹੈ, ਇਲੈਕਟ੍ਰਿਸਿਟੀ ਨੂੰ ਪੈਦਾ ਕਰਦਾ ਹੈ। ਇਸ ਕਰਕੇ ਇਹ ਆਪਸ਼ਨ ਆਏਗੀ ਜਨਰੇਟਰ। ਐਟ ਦ ਟਾਈਮ ਆਫ ਸ਼ਾਰਟ ਸਰਕਟ ਦ ਕਰੰਟ ਇਨ ਦ ਸਰਕਟ। ਬੱਚੇ ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਸ਼ਾਰਟ ਸਰਕਟ ਉਦੋਂ ਹੁੰਦਾ ਵਾ ਜਦੋਂ ਕਰੰਟ ਬਹੁਤ ਜ਼ਿਆਦਾ ਮਾਤਰਾ ਵਿੱਚ ਹੋਵੇ, ਇਸ ਕਰਕੇ ਇਹਦੀ ਆਪਸ਼ਨ ਆਏਗੀ ਇਨਕਰੀਜ਼ਸ ਹੈਵੀਲੀ। ਨੰਬਰ 28 ਹੈਗਾ ਕਿ ਵਿਚ ਆਫ ਦ ਫਾਲੋਇੰਗ ਪ੍ਰੋਪਰਟੀ ਆਫ ਅ ਪ੍ਰੋਟੋਨ ਕੈਨ ਚੇਂਜ ਵਾਈਲ ਇਟ ਮੂਵਸ ਫਰੀਲੀ ਇਨ ਅ ਮੈਗਨੈਟਿਕ ਫੀਲਡ। ਤੇ ਜਦੋਂ ਮੈਗਨੈਟਿਕ ਫੀਲਡ ਦੇ ਵਿੱਚ ਕੋਈ ਪੋਜ਼ਿਟਿਵਲੀ ਚਾਰਜਡ ਬਾਡੀ ਨੂੰ ਰੱਖਿਆ ਜਾਂਦਾ ਤੇ ਉਹਦੀ ਵੈਲੋਸਿਟੀ ਐਂਡ ਮੋਮੈਂਟਮ ਦੋਨੋਂ ਹੀ ਚੇਂਜ ਹੋ ਜਾਂਦੇ ਆ। ਕੁਐਸਚਨ ਨੰਬਰ 29 ਹੈਗਾ ਕਿ ਵਿਚ ਆਫ ਦ ਫਾਲੋਇੰਗ ਕੰਸਟੀਟਿਊਟਸ ਅ ਫੂਡ ਚੇਨ। ਤੇ ਬੱਚੇ ਦੇਖੋ ਪਹਿਲਾ ਨਹੀਂ ਹੋ ਸਕਦਾ, ਕਿਉਂਕਿ ਪਹਿਲਾ ਗਰਾਸ, ਵੀਟ ਐਂਡ ਮੈਂਗੋ ਤਿੰਨੋਂ ਇੱਕ ਹੀ ਕੈਟਾਗਰੀ ਦੇ ਆ। ਦੂਸਰਾ ਹੋ ਸਕਦਾ ਆ ਗਰਾਸ, ਗੋਟ ਐਂਡ ਹਿਊਮਨ, ਕਿਉਂਕਿ ਗਰਾਸ ਨੂੰ ਖਾਂਦੀ ਗੋਟ ਤੇ ਗੋਟ ਨੂੰ ਜਿਹੜੇ ਆ ਹਿਊਮਨ ਖਾ ਸਕਦੇ ਆ, ਇਸ ਕਰਕੇ ਇਹ ਚੇਨ ਕੰਪਲੀਟ ਹੈ। ਜੇਕਰ ਅਸੀਂ ਥਰਡ ਦੀ ਗੱਲ ਕਰੀਏ ਤੇ ਗੋਟ, ਕਾਓ ਐਂਡ ਐਲੀਫੈਂਟ ਇਹ ਵੀ ਸੇਮ ਕੈਟਾਗਰੀ ਦੇ ਆ ਗਏ। ਤੇ ਜਿਹੜੀ ਫੋਰਥ ਆਪਸ਼ਨ ਹੈ ਗਰਾਸ, ਫਿਸ਼ ਐਂਡ ਗੋਟ, ਇਹਦੇ ਵਿੱਚ ਕੋਈ ਕਨੈਕਸ਼ਨ ਹੀ ਨਹੀਂ ਹੈਗਾ, ਗਰਾਸ ਨੂੰ ਫਿਸ਼ ਨਹੀਂ ਖਾਂਦੀ ਤੇ ਗੋਟ ਜਿਹੜੀ ਉਹ ਫਿਸ਼ ਨੂੰ ਨਹੀਂ ਖਾਂਦੀ, ਇਸ ਕਰਕੇ ਕਰੈਕਟ ਆਪਸ਼ਨ ਜਿਹੜੀ ਹੈਗੀ ਉਹ ਬੀ ਹੈ। 30th ਕੁਐਸਚਨ ਹੈਗਾ ਕਿ ਵਿਚ ਆਫ ਦ ਫਾਲੋਇੰਗ ਗਰੁੱਪਸ ਕੰਟੇਨ ਓਨਲੀ ਬਾਇਓਡੀਗ੍ਰੇਡੇਬਲ ਆਈਟਮਸ। ਬੱਚੇ ਬਾਇਓਡੀਗ੍ਰੇਡੇਬਲ ਆਈਟਮਸ ਉਹ ਹੁੰਦੀਆਂ ਵਾ ਜਿਹੜੀਆਂ ਕਿ ਨੈਚੁਰਲੀ ਗਲ ਸੜ ਕੇ ਮਿੱਟੀ ਦੇ ਵਿੱਚ ਹੀ ਰਲ ਜਾਂਦੀਆਂ ਆ। ਤੇ ਇਹਦੇ ਵਿੱਚ ਜਿਹੜਾ ਫਸਟ ਹੈ ਗਰਾਸ, ਫਲਾਵਰਸ ਐਂਡ ਲੈਦਰ, ਇਹ ਵੀ ਰਾਈਟ ਹੈ। ਇਹ ਸਾਰੀਆਂ ਹੀ ਚੀਜ਼ਾਂ ਨੈਚੁਰਲੀ ਡੀਗ੍ਰੇਡ ਹੋ ਜਾਂਦੀਆਂ ਵਾ। ਉਸ ਤੋਂ ਬਾਅਦ ਹੈਗਾ ਗਰਾਸ, ਵੁੱਡ ਐਂਡ ਪਲਾਸਟਿਕ। ਇਹਦੇ ਵਿੱਚ ਬੱਚੇ ਪਲਾਸਟਿਕ ਜਿਹੜਾ ਹੈ ਨਾ ਉਹ ਨਹੀਂ ਹੋਏਗਾ। ਥਰਡ ਹੈਗਾ ਫਰੂਟ ਪੀਲਸ, ਕੇਕ ਐਂਡ ਲਾਈਮ ਜੂਸ, ਇਹ ਤਿੰਨੋਂ ਹੀ ਚੀਜ਼ਾਂ ਹੋ ਸਕਦੀਆਂ ਵਾ। ਫੋਰਥ ਦੇ ਵਿੱਚ ਹੈਗਾ ਕੇਕ, ਵੁੱਡ ਐਂਡ ਗਰਾਸ, ਤੇ ਇਹ ਵੀ ਤਿੰਨੋਂ ਹੀ ਚੀਜ਼ਾਂ ਜਿਹੜੀਆਂ ਵਾ ਉਹ ਪਲਾਂਟਸ ਤੋਂ ਬਣੀਆਂ ਵਾ, ਇਸ ਕਰਕੇ ਇਹ ਬਾਇਓਡੀਗ੍ਰੇਡੇਬਲ ਹੈ। 3 ਆਪਸ਼ਨ ਜਿਹੜੀਆਂ ਵਾ ਇਹ ਤਿੰਨੋਂ ਹੀ ਆਪਸ਼ਨ ਇਹਦਾ ਆਨਸਰ ਹੈ। ਬੱਚੇ ਹੋਏ ਸੀ ਕੁਐਸਚਨ ਪੇਪਰ ਦਾ ਪਹਿਲਾ ਪਾਰਟ, ਜਿਹਦੇ ਵਿੱਚ ਕਿ ਤੁਹਾਨੂੰ ਨਾ 30 ਮਾਰਕਸ ਦੇ MCQ ਆਉਣੇ, 30 ਕੁਐਸਚਨਸ। ਹੁਣ ਨੈਕਸਟ 10 ਕੁਐਸਚਨ ਜਿਹੜੇ ਉਹ 2-2 ਨੰਬਰ ਦੇ ਆਉਣੇ ਆ। ਉਸ ਤੋਂ ਬਾਅਦ ਨੈਕਸਟ 5 ਕੁਐਸਚਨਸ ਤੁਹਾਨੂੰ ਆਉਣਗੇ 3 ਮਾਰਕਸ ਦੇ ਵਿੱਚ। ਉਸ ਤੋਂ ਬਾਅਦ ਹੈਗੇ 3 ਕੁਐਸਚਨ ਜਿਹੜੇ ਉਹ 5 ਮਾਰਕਸ ਦੇ ਆਉਣੇ ਆ, ਜਿਹਦੇ ਵਿੱਚੋਂ ਨਾ ਇੱਕ ਕੁਐਸਚਨ ਜਿਹੜਾ ਫਿਜ਼ਿਕਸ ਵਿੱਚੋਂ ਆਏਗਾ, ਜਿਹਦੇ ਵਿੱਚ ਇੰਟਰਨਲ ਚੋਇਸ ਦਿੱਤੀ ਹੋਏਗੀ। ਇੱਕ ਕੁਐਸਚਨ ਜਿਹੜਾ ਵੱਡਾ ਉਹ ਕੈਮਿਸਟਰੀ 'ਚੋਂ ਆਏਗਾ ਤੇ ਇੱਕ ਹੀ ਕੁਐਸਚਨ ਬਾਇਓਲੋਜੀ ਵਿੱਚੋਂ ਆਏਗਾ। ਬੱਚੇ ਤੁਹਾਨੂੰ ਪਤਾ ਹੈ ਕਿ ਕਿਹੜੇ ਚੈਪਟਰ ਵਿੱਚੋਂ ਵੱਡੇ ਕੁਐਸਚਨ ਆਉਣੇ ਆ, ਤੇ ਇਹ ਤੁਸੀਂ ਨੋਟ ਕਰ ਲਓ ਕਿ ਜਿਹੜਾ ਫਿਜ਼ਿਕਸ ਦਾ ਆ ਨਾ ਕੁਐਸਚਨ ਉਹ ਆਏਗਾ ਤੁਹਾਨੂੰ ਇਲੈਕਟ੍ਰਿਸਿਟੀ ਵਾਲੇ ਲੈਸਨ ਦੇ ਵਿੱਚੋਂ, ਤੇ ਜਿਹੜਾ ਹੈਗਾ ਕੈਮਿਸਟਰੀ ਦਾ ਉਹ ਆਏਗਾ ਮੈਟਲਸ ਐਂਡ ਨੋਨ ਮੈਟਲਸ ਵਾਲੇ ਚੈਪਟਰ ਵਿੱਚੋਂ, ਤੇ ਜਿਹੜਾ ਬਾਇਓ ਦਾ ਆਉਣਾ ਉਹ ਹੋਏਗਾ ਰੀਪਰੋਡਕਸ਼ਨ ਵਾਲੇ ਲੈਸਨ ਦੇ ਵਿੱਚੋਂ। ਇਸ ਕਰਕੇ ਜਿਹੜਾ ਤੁਸੀਂ 5 ਮਾਰਕਸ ਦਾ ਕੁਐਸਚਨ ਹੈ ਨਾ ਉਹ ਤੁਸੀਂ ਇਹਨਾਂ 3 ਚੈਪਟਰਸ ਵਿੱਚੋਂ ਹੀ ਰੈਡੀ ਕਰਨਾ ਆ। ਤੇ ਬਾਕੀ ਵੀ ਜਿਹੜੇ ਮਾਰਕਸ ਦੀ ਜਿਹੜੀ ਕੰਟਰੀਬਿਊਸ਼ਨ ਹੈ ਕਿ ਕਿਸ ਚੈਪਟਰ ਵਿੱਚੋਂ ਕਿੰਨੇ ਨੰਬਰ ਦਾ ਆਉਣਾ ਉਹ ਤੁਹਾਨੂੰ ਪਤਾ ਹੀ ਹੈ। ਐਸੇ ਤਰੀਕੇ ਦੇ ਨਾਲ ਤੁਸੀਂ ਇਹ ਜਿਹੜਾ ਪੇਪਰ ਹੈ ਇਹਨੂੰ ਖੁਦ ਸੋਲਵ ਕਰਨ ਦੀ ਕੋਸ਼ਿਸ਼ ਕਰੋ। ਪੇਪਰ ਦਾ ਸਟਾਈਲ ਤੁਹਾਨੂੰ ਪਤਾ ਆ, ਜਿਹੜਾ 2 ਮਾਰਕਸ ਦਾ ਆ ਉਹਦੇ ਵਿੱਚ ਅਸੀਂ 4 ਤੋਂ 5 ਲਾਈਨਸ ਦਾ ਆਨਸਰ ਦੇਣਾ ਹੁੰਦਾ। ਜਿਹੜਾ 3 ਮਾਰਕਸ ਦਾ ਆ ਜੇਕਰ ਉਹਦੇ ਪੁਆਇੰਟਸ ਆ ਤਾਂ ਤਿੰਨੋਂ ਹੀ ਪੁਆਇੰਟਸ ਕਵਰ ਕਰੋ, ਜੇਕਰ ਪੁਆਇੰਟਸ ਨਹੀਂ ਹੈਗੇ ਤੇ ਘੱਟੋ ਘੱਟ ਤੁਹਾਡਾ 7-8 ਲਾਈਨਾਂ ਵਿੱਚ ਆਨਸਰ ਹੋਵੇ। ਤੇ ਜਿਹੜਾ 5 ਮਾਰਕਸ ਦਾ ਆ ਉਹ ਪੂਰਾ ਡਿਟੇਲ ਵਿੱਚ ਹੋਣਾ ਚਾਹੀਦਾ ਆ, ਜੋ ਕੁਝ ਵੀ ਉਹਨੇ ਪੁੱਛਿਆ ਹੋਵੇ। ਜਿਵੇਂ ਇਹ ਵਾਲੇ ਕੁਐਸਚਨ ਪੇਪਰ ਦੇ ਵਿੱਚ ਪੁੱਛਿਆ ਆ ਕਿ ਡਰਾਈਵ ਫਾਰਮੂਲਾ ਆਫ ਇਕੁਇਵਲੈਂਟ ਰੈਜ਼ਿਸਟੈਂਸ, ਤੇ ਉਹਨੂੰ ਤੁਸੀਂ ਦੋਨਾਂ ਨੂੰ ਪੂਰੀ ਤਰ੍ਹਾਂ ਡਿਟੇਲ ਦੇ ਵਿੱਚ ਡਰਾਈਵ ਕਰਨਾ। ਤੇ ਜੇਕਰ
ਤੇ ਉਹਦੇ ਵਿੱਚ ਤੁਹਾਨੂੰ ਪੁੱਛਿਆ ਗਿਆ ਹੈ ਕਿ ਡਿਫਰੈਂਟ ਕੰਟਰਾਸੈਪਟਿਵ ਮੈਥਡਸ ਤੇ ਫਲਾਰ ਦੇ ਪਾਰਟਸ ਨੂੰ ਡਰਾ ਕਰਨਾ ਤੇ ਐਕਸਪਲੇਨ ਕਰਨਾ ਤੇ ਉਹਨੂੰ ਫਿਗਰ ਦੇ ਨਾਲ ਚੰਗੀ ਤਰ੍ਹਾਂ ਐਕਸਪਲੇਨ ਕਰਨਾ ਹੈ। ਤੇ ਜਿਹੜਾ ਕੈਮਿਸਟਰੀ ਦਾ ਪੁੱਛਿਆ ਵਾ ਮੈਟਲਸ ਐਂਡ ਨਾਨ ਮੈਟਲਸ, ਉਹਦੇ ਵਿੱਚ ਡਿਫਰੈਂਸ਼ੀਏਟ ਕਰਨ ਲਈ ਕਿਹਾ ਆ ਮੈਟਲਸ ਐਂਡ ਨਾਨ ਮੈਟਲਸ ਨੂੰ, ਤੇ ਜਾਂ ਫਿਰ ਕਰੈਕਟਰਿਸਟਿਕਸ ਲਿਖਣੇ ਆ। ਤੇ ਉਹਦੇ ਵਿੱਚ ਤੁਸੀਂ ਪੁਆਇੰਟਸ ਦੇ ਹੈਡਿੰਗਸ ਦੇ ਕੇ 5 ਘੱਟੋ ਘੱਟ ਤੁਹਾਡੇ ਹੈਡਿੰਗਸ ਹੋਣ, ਤੁਸੀਂ ਈਜ਼ੀਲੀ 5 ਮਾਰਕਸ ਦਾ ਜਿਹੜਾ ਆਨਸਰ ਹੈ ਉਹਨੂੰ ਪ੍ਰਪੇਅਰ ਕਰ ਸਕਦੇ ਆ। ਬੱਚਿਓ, ਇਹ ਸੀ ਤੁਹਾਡਾ ਫਸਟ ਮਾਡਲ ਟੈਸਟ ਪੇਪਰ।